Hello students, welcome to Vidya classes. ਤੁਸੀਂ ਸਾਡੀਆਂ ਆਨਲਾਈਨ ਤੇ ਆਫਲਾਈਨ ਕਲਾਸਿਸ ਜੁਆਇਨ ਕਰ ਸਕਦੇ ਹੋ। ਜੁਆਇਨ ਕਰਨ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 9023768818। ਸੋ ਹੁਣ ਜੋ ਟੌਪਿਕ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਅਨੀਤਾ ਦੇਸਾਈ। ਅਨੀਤਾ ਦੇਸਾਈ ਜਿਹਦਾ ਕਿ ਓਰੀਜਨਲ ਨੇਮ ਅਨੀਤਾ ਮਜੁਮਦਾਰ ਸੀਗਾ। ਅਨੀਤਾ ਮਜੁਮਦਾਰ ਮੈਰਿਜ ਤੋਂ ਪਹਿਲਾਂ ਜਨਮ ਹੋਇਆ ਹੈਗਾ 24 ਜੂਨ 1937 ਮਸੂਰੀ ਦੇ ਵਿੱਚ ਹੋਇਆ ਸੀਗਾ। ਔਰ ਫਾਦਰ ਬੰਗਾਲੀ ਸੀ ਅਤੇ ਮਦਰ ਜਮਨ। ਸੋ ਇਹਦੀ ਇਹ ਬਿਊਟੀ ਨਿਕਲੀ ਕਿ 3 ਲੈਂਗੁਏਜਸ ਜਰਮਨ, ਹਿੰਦੀ ਅਤੇ ਇੰਗਲਿਸ਼ ਇਹ ਬੋਲ ਸਕਦੀ ਸੀਗੀ। ਅਨੀਤਾ ਦੇਸਾਈ ਦੀ ਜੋ ਸਭ ਤੋਂ ਪਹਿਲੀ ਸ਼ਾਰਟ ਸਟੋਰੀ ਜੋ ਪਬਲਿਸ਼ ਹੋਈ ਸੀਗੀ ਜਦੋਂ ਉਹ ਸਿਰਫ 9 ਸਾਲ ਦੀ ਸੀ। 9 ਸਾਲ ਦੀ ਉਮਰ ਦੇ ਵਿੱਚ ਹੀ ਉਸਨੇ ਇਹ ਆਪਣਾ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ। ਮਾਊਂਟ ਹੋਲੀਓਕ ਕਾਲਜ, ਬਰੂਚ ਕਾਲਜ, ਸਮਿਥ ਕਾਲਜ ਦੇ ਵਿੱਚ ਸਟੱਡੀ ਕੀਤੀ ਸੀਗੀ ਉਸਨੇ। ਔਰ ਜਿਹੜੇ ਨੋਵਲ ਜਾਂ ਸ਼ਾਰਟ ਸਟੋਰੀ ਦੇ ਵਿੱਚ ਕੈਰੈਕਟਰਸ ਨੇ, ਇਵੈਂਟਸ ਨੇ, ਮੂਡ ਵਗੈਰਾ ਹੁੰਦੇ ਨੇ, ਇਹਦੇ ਵਿੱਚ ਜੋ ਮੂਡ ਪ੍ਰੈਜ਼ੈਂਟ ਕੀਤਾ ਹੋਇਆ ਹੈਗਾ ਉਹ 'ਚ ਬਹੁਤ ਜ਼ਿਆਦਾ ਵਿਜ਼ੂਅਲ ਇਮੇਜਰੀ ਯੂਜ਼ ਕੀਤੀ ਹੈ ਉਸਨੇ, ਜਿਹੜਾ ਕਿ ਅਸੀਂ ਅਕਸਰ ਹੀ ਜਾਂ ਜੋ ਕ੍ਰਿਟਿਕਸ ਨੇ, ਰਾਈਟਰਸ ਨੇਗੇ, ਉਹ ਕੰਪੇਅਰ ਕਰਦੇ ਨੇਗੇ T.S. ਇਲੀਅਟ ਦੇ ਨਾਲ, ਵਿਲੀਅਮ ਫੌਕਨਰ ਅਤੇ ਵਰਜੀਨੀਆ ਵੁਲਫ ਦੇ ਨਾਲ। ਸੋ ਜਿਹੜੀ ਰਾਈਟਿੰਗ ਦੇ ਵਿੱਚ, ਇਹਦੀਆਂ ਰਾਈਟਿੰਗ ਦੇ ਵਿੱਚ ਕੈਰੈਕਟਰਸ, ਇਵੈਂਟਸ ਅਤੇ ਮੂਡਸ ਹੁੰਦੇ ਨੇ ਉਹ ਅਕਸਰ ਹੀ ਜੋ ਮਾਡਰਨਿਸਟ ਨੇਗੇ ਜਿਵੇਂ T.S. ਇਲੀਅਟ, ਫੌਕਨਰ ਅਤੇ ਵਰਜੀਨੀਆ ਵੁਲਫ ਵਰਗੇ, ਉਹਨਾਂ ਦੀ ਵਿਜ਼ੂਅਲ ਇਮੇਜਰੀ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈਗਾ। ਅਗਰ ਆਪਾਂ ਉਹਦੇ ਓਰੀਜਨ ਦੀ ਗੱਲ ਕਰੀਏ, ਓਰੀਜਨ ਦੀ ਜਨਮ ਦੀ ਗੱਲ ਕਰੀਏ, ਉਹਦੀ ਕਹਾਣੀਆਂ ਕਿੱਥੋਂ ਆਉਂਦੀਆਂ ਨੇਗੀਆਂ, ਤਾਂ ਉਹ ਖੁਦ ਦੱਸਦੀ ਹੈਗੀ ਕਿ ਇਟ ਇਟਸੈਲਫ ਰੂਟਡ ਇਨ ਇਮੇਜਸ, ਕਿ ਜੋ ਇਮੇਜਸ ਉਹ ਆਮ ਤੌਰ 'ਤੇ ਆਸ-ਪਾਸ ਵੇਖਦੀ ਹੈਗੀ ਉਹਦੇ ਵਿੱਚੋਂ ਹੀ ਸਟੋਰੀ ਨਿਕਲਦੀਆਂ ਨੇਗੀਆਂ। ਉਹਦੀ ਇੱਕ ਕੋਟ ਵੀ ਹੈ, ਖੁਦ ਕਹਿੰਦੀ ਹੈਗੀ there are so many images that remain in the mind, but they often are also forgotten. They pass through one's life and then they vanish. ਉਹ ਕਹਿੰਦੇ ਥਾਟਸ ਮਾਈਂਡ ਦੇ ਵਿੱਚ ਬਹੁਤ ਸਾਰੀਆਂ ਇਮੇਜਸ ਹੁੰਦੀਆਂ ਜਿਹੜੀਆਂ ਕਿ ਇੱਕ ਇਨਸਾਨ ਦੇ ਮਨ 'ਚ ਆਉਂਦੀਆਂ ਨੇਗੀਆਂ, ਉਹਨਾਂ ਵਿੱਚੋਂ ਜ਼ਿਆਦਾਤਰ ਅਸੀਂ ਭੁਲਾ ਦਿੱਤੇ ਜਾਂਦੇ ਹੈਗੇ ਜਾਂ ਫਿਰ ਬੰਦੇ ਦੀ ਲਾਈਫ ਦੇ ਵਿੱਚੋਂ ਆਉਂਦੀਆਂ ਨੇ ਅਤੇ ਚਲੀ ਜਾਂਦੀਆਂ ਨੇਗੀਆਂ। ਸੋ ਕਹਾਣੀਆਂ ਇੱਥੋਂ ਨਿਕਲਦੀਆਂ ਨੇਗੀਆਂ। ਜੋ ਪਹਿਲਾ ਨਾਵਲ ਸੀਗਾ, ਕਿਸੇ ਵੀ ਰਾਈਟਰ ਦਾ ਜੋ ਫਰਸਟ ਨਾਵਲ ਹੈ ਉਹ ਕਾਫੀ ਮਾਇਨੇ ਰੱਖਦਾ ਹੈ, ਚਾਹੇ ਉਹ ਐਕਲੇਮਡ ਯੂਨੀਵਰਸਲੀ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ, ਚਾਹੇ ਉਹਦਾ ਕ੍ਰਿਟਿਸਿਜ਼ਮ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ, ਬਟ ਉਹ ਇੰਪੋਰਟੈਂਟ ਹੁੰਦਾ ਹੈਗਾ। ਸੋ ਜੋ ਫਰਸਟ ਨਾਵਲ ਸੀਗਾ ਅਨੀਤਾ ਦੇਸਾਈ ਦਾ, ਉਹ 1963 ਦੇ ਵਿੱਚ ਪਬਲਿਸ਼ ਹੋਇਆ ਸੀ। ਨਾਮ ਸੀਗਾ ਉਹਦਾ ਕਰਾਈ ਦ ਪੀਕੌਕ। ਅਤੇ ਇੰਡੀਅਨ ਵਿਮਨ ਦਾ ਕਿਵੇਂ ਓਪਰੈਸ਼ਨ ਹੁੰਦਾ, ਉਹਨਾਂ ਨੂੰ ਕਿਵੇਂ ਦਬਾਇਆ ਜਾਂਦਾ ਹੈਗਾ, ਉਹ ਉਹਦੇ ਇਸ ਪਹਿਲੇ ਨਾਵਲ ਕਰਾਈ ਦਾ ਪੀਕੌਕ ਦਾ ਮੇਨ ਸਬਜੈਕਟ ਸੀਗਾ। ਅਤੇ ਇੱਕ ਬਾਅਦ ਵਿੱਚ ਉਸਨੇ ਇੱਕ ਨਾਵਲ ਹੋਰ ਲਿਖਿਆ ਸੀਗਾ ਵੇਅਰ ਸ਼ੈਲ ਵੀ ਗੋ ਦਿਸ ਸਮਰ 1975 ਦੇ ਵਿੱਚ। ਦੋਨਾਂ ਦਾ ਥੀਮ ਸੇਮ ਸੀਗਾ, ਕਿਵੇਂ ਇੰਡੀਅਨ ਵੂਮਨ ਨੂੰ ਅਪਰੈਸ ਕੀਤਾ ਜਾਂਦਾ, ਕਿਵੇਂ ਉਹਨੂੰ ਦਬਾਇਆ ਜਾਂਦਾ ਹੈਗਾ। ਇਸ ਤੋਂ ਬਾਅਦ ਇੱਕ ਨਾਵਲ ਹੋਰ ਹੈ, ਉਹਦੀ ਇੱਕ ਬੁੱਕ ਹੋਰ ਹੈ ਫਾਇਰ ਔਨ ਦਾ ਮਾਊਂਟੇਨ 1977 ਦੇ ਵਿੱਚ। ਇਹਨੂੰ ਨਾ ਕ੍ਰਿਟੀਸਾਈਜ਼ ਬਹੁਤ ਕੀਤਾ ਗਿਆ ਸੀ। ਰੀਜ਼ਨ ਬਿਹਾਈਂਡ ਕਿ ਇਹਦੇ ਵਿੱਚ ਜੋ ਇਮੇਜਰੀ ਯੂਜ਼ ਕੀਤੀ ਹੋਈ ਸੀਗੀ ਉਹ ਕਹਿੰਦੇ ਐਕਸੈਸਿਵਲੀ ਯੂਜ਼ ਕੀਤੀ ਹੋਈ ਸੀਗੀ, ਕਿ ਐਟ ਦ ਕਾਸਟ ਆਫ ਪਲਾਟ ਐਂਡ ਕਰੈਕਟਰਾਈਜੇਸ਼ਨ ਹੈਵਲੀ ਇਮੇਜਰੀ ਵਾਜ਼ ਯੂਜ਼ਡ, ਕਿ ਇਮੇਜਰੀ ਇੰਨੀ ਜ਼ਿਆਦਾ ਹੈਵੀ ਸੀ ਕਿ ਪਲਾਟ ਨੂੰ ਧਿਆਨ ਨਹੀਂ ਰੱਖਿਆ ਹੈਗਾ ਦੇਸਾਈ ਨੇ ਅਤੇ ਕਰੈਕਟਰਾਈਜੇਸ਼ਨ ਨੂੰ ਧਿਆਨ 'ਚ ਰੱਖਿਆ ਹੈਗਾ। ਬਟ ਹਾਂ, ਸਿੰਬਲਿਜ਼ਮ ਅਤੇ ਜਿਹੜੇ ਸਾਊਂਡ ਸਿਸਟਮ ਸੀ ਇਹਦੇ ਵਿੱਚ, ਸਾਊਂਡ ਮੂਡ ਮੀਨਸ ਕਾਫੀ ਜ਼ਿਆਦਾ ਉਹਦੀ ਪ੍ਰੇਜ਼ ਹੋਈ ਸੀ। ਕਲੀਅਰ ਲਾਈਟ ਆਫ ਡੇ 1980 ਦੇ ਵਿੱਚ ਜੋ ਪਬਲਿਸ਼ ਹੋਇਆ ਸੀਗਾ, ਔਰ ਕਾਫੀ ਜ਼ਿਆਦਾ ਇਹਦਾ ਫੇਮਸ ਬੁੱਕ ਸੀਗਾ, ਮੋਸਟ ਸਕਸੈਸਫੁਲ ਵਰਕ ਸੀਗਾ। ਕਲੀਅਰ ਲਾਈਟ ਆਫ ਡੇ 1980 ਦੇ ਵਿੱਚ ਹੋਇਆ, ਬਹੁਤ ਜ਼ਿਆਦਾ ਸਕਸੈਸ ਮਿਲੀ ਉਸਨੂੰ, ਔਰ ਇਹਦੀ ਪ੍ਰੇਜ਼ ਹੋਈ ਸੀ ਕਿਉਂਕਿ ਇਹਦੇ ਵਿੱਚ 2 ਸਿਸਟਰਸ ਨੂੰ ਪੋਰਟਰੇ ਕੀਤਾ ਹੋਇਆ ਸੀਗਾ, ਜਿਹੜਾ ਕਿ ਇੰਡੀਅਨ ਲਾਈਫ ਦੇ ਵਿੱਚ ਫਸੀਆਂ ਹੋਈਆਂ ਸੀ, ਇੰਡੀਅਨ ਲਾਈਫ ਨੂੰ ਅਪਣਾਇਆ ਹੋਇਆ ਸੀਗਾ।
ਤੇ ਜਿਹੜੇ ਕੈਰੈਕਟਰ ਸੀਗੇ ਉਹ ਸਿਰਫ ਇਮੇਜਰੀ ਦੇ ਥਰੂ ਨਹੀਂ ਬਲਕਿ ਉਹਨਾਂ ਦੀ ਜੋ ਡਾਇਲੌਗਸ ਨੇਗੇ, ਉਹਨਾਂ ਦੀ ਲੈਂਗੁਏਜ ਹੈ, ਉਹਨਾਂ ਦੀ ਬੋਡੀ ਲੈਂਗੁਏਜ ਹੈ, ਜਾਂ ਉਹਨਾਂ ਦਾ ਇੱਕ ਦੂਜੇ ਦੇ ਉੱਪਰ ਜੋ ਇਨਫਲੂਐਂਸ ਹੈ ਉਹਦੇ ਥਰੂ ਵੀ ਸਾਨੂੰ ਇਹ ਵਿਖਾਇਆ ਹੋਇਆ ਹੈਗਾ। ਤੇ ਇਹਦੀ ਕਾਫੀ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਉਹਦਾ ਆਟੋਬਾਇਓਗ੍ਰਾਫਿਕਲ ਵਰਕ ਮੋਸਟਲੀ ਮੰਨਿਆ ਜਾਂਦਾ ਹੈਗਾ। ਸੋ ਕਿਹਾ ਜਾਂਦਾ ਕਿ ਕਲੀਅਰ ਲਾਈਟ ਆਫ ਡੇ 1980 ਵਿੱਚ ਪਬਲਿਸ਼ ਹੋਇਆ ਸੀਗਾ, ਇਹ ਇਹਦਾ ਆਟੋਬਾਇਓਗ੍ਰਾਫਿਕਲ ਵਰਕ ਸੀਗਾ। ਔਰ ਇਹ ਜਿਹਦੀ ਕਹਾਣੀ ਇਹਦੀ ਸੈੱਟ ਹੈਗੀ ਉਹਦੇ ਨਾਲ ਹੀ ਰਿਲੇਟਡ ਹੈਗੀ ਉਹਦੀ। ਤੇ ਉਹਦੇ ਜੋ ਗੁਆਂਢੀ ਨੇਗੇ, ਜਿਵੇਂ ਉਹ ਗੁਆਂਢ ਸੀਗਾ ਉਸਦਾ ਜਿੱਥੇ ਉਹ ਵੱਡੀ ਹੋਈ ਹੈਗੀ। ਸੋ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਰੀਅਲ ਲਾਈਫ ਨਾਲ ਸੀਗਾ ਰਿਲੇਟਡ ਉਹਦੇ ਵਿੱਚ ਵਿਖਾਈਆਂ ਹੋਈਆਂ ਨੇ। ਤੇ 1984 ਦੇ ਵਿੱਚ ਉਸਨੇ ਦ ਕਸਟਡੀ ਨਾਂ ਦਾ ਜੋ ਬੁੱਕ ਸੀਗੀ ਉਹ ਪਬਲਿਸ਼ ਕਰਾਈ ਸੀਗੀ। ਇਹਦੇ ਵਿੱਚ ਇੱਕ ਉਰਦੂ ਪੋਇਟ ਦੀ ਕਹਾਣੀ ਹੈਗੀ, ਜਿਸ ਤਰ੍ਹਾਂ ਉਹ ਕਦੇ ਉਹ ਅਪ ਸੀਗਾ, ਕਦੇ ਹਾਈਟ ਦੇ ਉੱਪਰ ਪੀਕ ਦੇ ਉੱਪਰ ਸੀਗਾ, ਬਟ ਹੁਣ ਡਿਕਲਾਈਨਿੰਗ ਦੇ ਉੱਪਰ ਆ ਚੁੱਕਿਆ ਹੈਗਾ, ਉਹਦੇ ਮਾੜੇ ਦਿਨ ਆ ਚੁੱਕੇ ਨੇਗੇ। ਔਰ again important कि it was nominated, it was shortlisted for the Booker Prize in 1993। ਸੋ 93 ਦੇ ਵਿੱਚ ਇਸ ਨੂੰ ਵੈਸੇ ਇਹਨੂੰ ਬੁੱਕਰ ਪ੍ਰਾਈਜ਼ ਦੇ ਲਈ ਇਹਨੂੰ ਸ਼ਾਰਟਲਿਸਟ ਕੀਤਾ ਗਿਆ ਸੀਗਾ। ਤੇ ਇਸੇ ਟਾਈਮ ਦੇ ਵਿੱਚ 1993 ਦੇ ਵਿੱਚ ਉਹ ਇੱਕ ਨਾ ਕ੍ਰੀਏਟਿਵ ਰਾਈਟਿੰਗ ਟੀਚਰ ਵੀ ਬਣ ਗਈ ਸੀਗੀ ਉਹ। ਇੱਕ ਉਹਦੀ ਨੈਕਸਟ ਬੁੱਕ ਸੀਗੀ ਜੋ ਫਾਸਟਿੰਗ ਫੀਸਟਿੰਗ 1993 ਦੇ ਵਿੱਚ ਜੋ ਪਬਲਿਸ਼ ਹੋਈ ਸੀਗੀ। ਉਹਦੇ ਵਿੱਚ ਇੰਡੀਆ ਤੇ ਅਮਰੀਕਨ ਕਲਚਰ ਦੇ ਵਿੱਚ ਕੀ ਡਾਈਵਰਸਿਟੀ ਹੈ, ਕੀ ਡਿਫਰੈਂਸ਼ੀਏਸ਼ਨ ਨੇ ਉਹਦੇ ਵਿੱਚ, ਕੀ ਕਨੈਕਸ਼ਨਸ ਨੇ, ਕੀ ਸਿਮਿਲੈਰਿਟੀਜ਼ ਹੈ, ਕੀ ਗੈਪਸ ਨੇਗੇ, ਕੀ ਕਲੈਸ਼ਸ ਨੇਗੇ, ਉਹ ਅਸੀਂ ਇਸ ਬੁੱਕ ਦੇ ਵਿੱਚ ਪੜ੍ਹਦੇ ਆਂਗੇ। ਤੇ 1999 ਦੇ ਵਿੱਚ ਇਹ ਲਿਖਿਆ ਗਿਆ ਸੀਗਾ ਇਹ, ਤੇ ਬੁਕਰ ਪ੍ਰਾਈਜ਼ ਫਾਈਨਲਿਸਟ ਨਾਵਲ ਸੀਗਾ ਇਹ, ਜਿਹਦੇ ਨਾਲ ਅਨੀਤਾ ਦੇਸਾਈ ਦੀ ਪੋਪੂਲੈਰਿਟੀ ਕਾਫੀ ਜ਼ਿਆਦਾ ਵੱਧ ਗਈ ਸੀਗੀ। ਇਸ ਤੋਂ ਬਾਅਦ ਅਗਰ ਆਪਾਂ ਬੁੱਕ ਦੀ ਗੱਲ ਕਰੀਏ, ਜਿਹੜੀ ਹੋਰ ਉਹਦੀ ਇੱਕ ਵੈਲ ਨੋਨ ਬੁੱਕ ਹੈ ਉਹ ਹੈ ਦ ਜ਼ਿਗਜ਼ੈਗ ਵੇ। 2004 ਦੇ ਵਿੱਚ ਇਹ 2004 ਦੇ ਵਿੱਚ ਲਿਖੀ ਗਈ ਸੀਗੀ, ਪਬਲਿਸ਼ ਹੋਈ ਸੀਗੀ ਇਹ। ਔਰ ਇਹਦੇ ਵਿੱਚ ਇੱਕ ਅਮਰੀਕਨ ਅਕੈਡਮਿਕ ਦੀ ਕਹਾਣੀ ਵਿਖਾਈ ਹੋਈ ਹੈ ਜਿਹੜਾ ਕਿ ਮੈਕਸੀਕੋ ਜਾਂਦਾ ਹੈਗਾ, ਤਾਂ ਕਿ ਉਹ ਜਿਹੜੀ ਉਹਦੀ ਐਂਸੈਸਟਰੀ ਹੈ, ਜਿਹੜੇ ਉਹਦੇ ਪੂਰਵਜ ਸੀਗੀ ਜਾਂ ਉਹਨਾਂ ਦੀ ਹਿਸਟਰੀ ਹੈ, ਉਸ ਨੂੰ ਟ੍ਰੇਸ ਕਰਨ ਜਾਂਦਾ ਹੈਗਾ, ਆਪਣੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈਗਾ। ਉਸਨੇ ਕਈ ਸ਼ਾਰਟਸ ਫਿਕਸ਼ਨਸ ਵੀ ਲਿਖੀਆਂ ਨੇਗੀਆਂ। ਫਿਕਸ਼ਨ ਤਾਂ ਚਲੋ ਆਪਾਂ ਡਿਸਕਸ ਕਰ ਲਈ, ਹੁਣ ਸ਼ਾਰਟ ਫਿਕਸ਼ਨਸ ਵੀ ਲਿਖੀਆਂ ਨੇਗੀਆਂ, ਸੌਰਟ ਆਫ ਨੋਵੈਲਾਸ, ਜਿਵੇਂ ਗੇਮਸ ਐਟ ਟਵਿਲਾਈਟ ਐਂਡ ਅਦਰ ਸਟੋਰੀਜ਼, ਇੱਕ ਡਾਇਮੰਡ ਡਸਟ। ਕੁਝ ਕੁ ਸਟੋਰੀਜ਼ ਲਿਖੀਆਂ ਨੇ ਜੀ ਉਸਨੇ, ਜਿਵੇਂ ਜਿਹੜੀਆਂ ਸਟੋਰੀਜ਼ ਬੱਚਿਆਂ ਦੀਆਂ ਨਾਲ ਰਿਲੇਟਡ ਨੇਗੀਆਂ। ਦ ਵਿਲੇਜ ਬਾਈ ਦ ਸੀ, ਸੋ ਇਹ ਬੁੱਕ ਹੈ ਉਹਦੀ ਦ ਵਿਲੇਜ ਬਾਈ ਦ ਸੀ, 1982 ਦੇ ਵਿੱਚ ਲਿਖੀ ਗਈ ਸੀਗੀ। ਬੱਚੇ ਦੀਆਂ ਸਟੋਰੀਜ਼ ਨੇ, ਬੱਚੇ ਨਾਲ ਰਿਲੇਟਡ ਸਟੋਰੀਜ਼ ਨੇਗੀਆਂ। ਇੱਕ ਹੋਰ ਸੀਗੀ ਦ ਆਰਟਿਸਟ ਆਫ ਡਿਸਅਪੀਅਰੈਂਸ, 2011 ਦੇ ਵਿੱਚ ਲਿਖਿਆ। ਇਹ ਅਸਲ ਦੇ ਵਿੱਚ 3 ਨੋਵਲਾਜ਼ ਦੀ ਇੱਕ ਕਲੈਕਟਡ ਫਾਰਮ ਹੈ, 3 ਨੋਵਲਾਜ਼ ਇਹਦੇ ਵਿੱਚ ਨੇਗੀ। ਸੋ ਇਹ ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਉਹ ਕਿਹੜਾ ਅਨੀਤਾ ਦੇਸਾਈ ਨੇ ਕਿਹੜਾ ਇੱਕ ਕਲੈਕਸ਼ਨ ਲਿਖਿਆ ਹੈਗਾ ਜਿਹਦੇ ਵਿੱਚ ਕਿ ਉਹਦੇ 3 ਨੋਵਲਾਜ਼ ਲਿਖੇ ਹੋਏ ਨੇਗੇ, ਤਾਂ ਉਹ ਹੈਗੀ ਦ ਆਰਟਿਸਟ ਆਫ ਡਿਸਅਪੀਅਰੈਂਸ। ਔਰ ਉਹਦੀ ਬੇਟੀ ਦੀ ਗੱਲ ਕਰੀਏ, ਕਿਰਨ ਦੇਸਾਈ ਨਾਮ ਹੈਗਾ, ਹਾਂਜੀ ਬਿਲਕੁਲ ਉਹੀ ਕਿਰਨ ਦੇਸਾਈ, ਜਿਸ ਨੇ ਕਿ 2006 ਦੇ ਵਿੱਚ ਬੁਕਰ ਪ੍ਰਾਈਜ਼ ਜਿੱਤਿਆ ਸੀਗਾ ਆਪਣੇ ਨਾਵਲ ਦ ਇਨਹੈਰੀਟੈਂਸ ਆਫ ਲੌਸ ਦੇ ਲਈ। ਸੋ ਕਿਰਨ ਦੇਸਾਈ ਜੋ ਅਨੀਤਾ ਦੇਸਾਈ ਦੀ ਬੇਟੀ ਹੈ, ਇਸਨੇ 2006 ਦੇ ਵਿੱਚ ਬੁਕਰ ਪ੍ਰਾਈਜ਼ ਜਿੱਤਿਆ ਸੀਗਾ। ਅਗਰ ਆਪਾਂ ਅਵਾਰਡਸ ਦੀ ਗੱਲ ਕਰੀਏ ਅਨੀਤਾ ਦੇਸਾਈ ਦੇ, ਇੱਕ ਵੈਲ ਨੋਨ ਪਰਸਨੈਲਿਟੀ ਹੈ, ਤਾਂ ਆਬਵੀਅਸਲੀ ਇਸਨੇ ਕਈ ਸਾਰੇ ਅਵਾਰਡਸ ਤੇ ਕਈ ਸਾਰੇ ਆਨਰਸ ਇਸ ਨੂੰ ਮਿਲੇ ਨੇਗੇ। 1978 ਦੇ ਵਿੱਚ ਇਸਨੇ ਵਿਨੀਫਰੈਡ ਹਾਲਟ-ਬਾਏ ਮੈਮੋਰੀਅਲ ਪ੍ਰਾਈਜ਼ ਜਿੱਤਿਆ ਸੀਗਾ। ਕਿਹਦੇ ਲਈ ਜਿੱਤਿਆ ਸੀਗਾ? ਅਗੇਨ ਇੰਪੋਰਟੈਂਟ, ਫਾਇਰ ਔਨ ਦਾ ਮਾਊਂਟੇਨ। 1978 ਦੇ ਵਿੱਚ ਸਾਹਿਤਿਆ ਅਕਾਦਮੀ ਅਵਾਰਡ ਮਿਲਿਆ, ਔਰ ਇਹ ਮਿਲਿਆ ਉਸਨੂੰ ਅਗੇਨ ਫਾਇਰ ਔਨ ਦਾ ਮਾਊਂਟੇਨ। ਫਾਇਰ ਔਨ ਦਾ ਮਾਊਂਟੇਨ ਦੀ ਸਮਰੀ ਤੁਸੀਂ ਜ਼ਰੂਰ ਰੀਡ ਕਰਨੀ। 1980 ਦੇ ਵਿੱਚ ਕਲੀਅਰ ਲਾਈਟ ਆਫ ਡੇ ਦੇ ਲਈ ਇਹਦੀ ਜੋ ਬੁੱਕ ਸੀਗੀ, ਇਹ ਬੁੱਕ ਸੀ ਕਲੀਅਰ ਲਾਈਟ ਆਫ ਦਾ ਡੇ, ਇਹ ਸ਼ਾਰਟ ਲਿਸਟ ਹੋਈ ਸੀ 1980 ਦੇ ਵਿੱਚ। ਇਹਦੇ ਲਈ ਸ਼ਾਰਟ ਲਿਸਟ ਹੋਈ ਸੀ ਇਹ ਬੁਕਰ ਪ੍ਰਾਈਜ਼ ਵਾਸਤੇ। ਸੋ 1983 ਦੇ ਵਿੱਚ ਗਾਰਡੀਅਨ ਚਿਲਡਰਨ ਫਿਕਸ਼ਨ ਪ੍ਰਾਈਜ਼ ਮਿਲਿਆ ਸੀ ਇਸਨੂੰ,
ਉਹ ਕਿਹਦੇ ਲਈ ਮਿਲਿਆ ਸੀਗਾ? ਦ ਵਿਲੇਜ ਬਾਏ ਦ ਸੀ। ਔਰ ਅਗੇਨ 1984 ਦੇ ਵਿੱਚ ਇਹਦੀ ਬੁੱਕ ਇਨ ਕਸਟਡੀ ਸ਼ਾਰਟਲਿਸਟ ਕੀਤੀ ਗਈ ਸੀਗੀ ਬੁਕਰ ਪ੍ਰਾਈਜ਼ ਦੇ ਲਈ। ਔਰ 1993 ਦੇ ਵਿੱਚ ਇਸ ਨੂੰ ਪ੍ਰਾਈਜ਼ ਮਿਲਿਆ ਸੀਗਾ, ਇਸ ਨੂੰ ਜੋ ਅਵਾਰਡ ਮਿਲਿਆ ਸੀ ਉਹ ਸੀ ਨੀਲ ਗੁਨ ਪ੍ਰਾਈਜ਼। 1993 ਦੇ ਵਿੱਚ ਇਹਦੀ ਜੋ ਬੁੱਕ ਸੀਗੀ ਫਾਸਟਿੰਗ ਫੀਸਟਿੰਗ, ਉਹ ਸ਼ਾਰਟਲਿਸਟ ਕੀਤੀ ਗਈ ਸੀ ਬੁਕਰ ਪ੍ਰਾਈਜ਼ ਫॉर ਫਿਕਸ਼ਨ ਦੇ ਲਈ। 2000 ਦੇ ਵਿੱਚ ਐਲਬਰਟੋ ਮੋਰਾਵੀਆ ਪ੍ਰਾਈਜ਼ ਫॉर ਲਿਟਰੇਚਰ, ਇਟਲੀ ਦਾ ਜੋ ਪ੍ਰਾਈਜ਼ ਹੈ ਇਟਲੀ ਦੇ ਵਿੱਚ ਦਿੱਤਾ ਜਾਂਦਾ ਹੈਗਾ ਹੈ, ਉਹ ਪ੍ਰਾਈਜ਼ ਇਸ ਨੂੰ ਮਿਲਿਆ ਸੀਗਾ। 2003 ਦੇ ਵਿੱਚ ਇਸ ਨੂੰ ਬੈਂਸਨ ਮੈਡਲ ਆਫ ਰਾਇਲ ਸੁਸਾਇਟੀ ਆਫ ਲਿਟਰੇਚਰ, ਇਹ ਇਸ ਨੂੰ ਮਿਲਿਆ ਸੀਗਾ। ਅਤੇ 2007 ਦੇ ਵਿੱਚ ਇਸ ਨੂੰ ਸਾਹਿਤਿਆ ਅਕਾਦਮੀ ਫੈਲੋਸ਼ਿਪ ਮਿਲੀ ਸੀਗੀ, ਜਿਵੇਂ ਅਸੀਂ ਪਿੱਛੇ ਪੜ੍ਹ ਕੇ ਆਏ ਸੀਗੇ ਕਿ ਖੁਸ਼ਵੰਤ ਸਿੰਘ ਨੂੰ ਵੀ ਇਹ ਮਿਲੀ ਹੋਈ ਹੈਗੀ। ਸੋ ਇਸ ਨੂੰ 2007 ਦੇ ਵਿੱਚ ਮਿਲੀ। ਅਤੇ ਪਦਮ ਭੂਸ਼ਣ ਜਿਹੜਾ ਕਿ 3rd ਹਾਈਐਸਟ ਅਵਾਰਡ ਹੁੰਦਾ ਇੰਡੀਅਨ ਸਿਵਿਲੀਅਨ ਨੂੰ, ਕਿਸੇ ਵੀ ਇੰਡੀਅਨ ਸਿਵਿਲੀਅਨ ਨੂੰ, ਉਹ 2014 ਦੇ ਵਿੱਚ ਇਸ ਨੂੰ ਇਹ ਮਿਲੇ ਸੀਗੇ। ਹਾਂਜੀ, ਇਹਦੇ ਜੋ ਨੋਵਲਸ ਗੋ ਥਰੂ ਹੋਣ ਲਈ ਜ਼ਰੂਰੀ ਨੇਗੇ, ਉਹ ਮੈਂ ਤੁਹਾਨੂੰ ਫਿਰ ਦੱਸ ਦਵਾਂ ਕਿ ਇਹਨਾਂ ਨੂੰ ਇਹ ਛੱਡਣੇ ਨਹੀਂਗੇ, ਤੁਸੀਂ ਇਹਨਾਂ ਨੂੰ ਜ਼ਰੂਰ ਰੀਡ ਕਰਨਾ ਗਾ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਉਹਦਾ ਨਾਵਲ ਫੇਮਸ ਨਾਵਲ, ਉਹਦਾ ਜੋ ਸਭ ਤੋਂ ਜ਼ਿਆਦਾ ਫੇਮਸ ਨਾਵਲ ਦੇ ਵਿੱਚੋਂ ਨਾਮ ਆਉਂਦਾ ਹੈਗਾ ਦ ਕਲੀਅਰ ਲਾਈਟ ਆਫ ਡੇ। ਨੈਕਸਟ ਨਾਵਲ ਤੁਸੀਂ ਨੈਕਸਟ ਬੁੱਕ ਜੋ ਪੜ੍ਹਨੀ ਹੈਗੀ ਕਰਾਈ ਦਾ ਪੀਕੌਕ, ਪਿੱਛੇ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ। ਸੋ ਕਰਾਈ ਦਾ ਪੀਕੌਕ ਦੇ ਵਿੱਚ ਉਸਨੇ ਵਿਮਨ ਦੀ ਗੱਲ ਕੀਤੀ ਹੋਈ, ਇੰਡੀਅਨ ਵਿਮਨ ਦੀ ਗੱਲ ਕੀਤੀ ਹੋਈ ਆ। ਇਹਦੇ ਵਿੱਚ ਨਾ ਬੰਗਾਲੀ, ਜਰਮਨ, ਹਿੰਦੀ ਅਤੇ ਇੰਗਲਿਸ਼ ਲੈਂਗੁਏਜ ਬਖੂਬੀ ਯੂਜ਼ ਕੀਤੀ ਹੋਈ ਹੈਗੀ, ਇਸ ਨੂੰ ਤੁਸੀਂ ਜ਼ਰੂਰ ਰੀਡ ਕਰਨਾ ਜੀ। ਜੋ ਨੈਕਸਟ ਹੈ ਵੋਇਸਿਸ ਇਨ ਦ ਸਿਟੀ। ਨੈਕਸਟ ਵਨ ਇਜ਼ ਬਾਏ ਬਾਏ ਬਲੈਕਬਰਡ ਐਂਡ ਨੈਕਸਟ ਵਨ ਇਜ਼ ਵੇਅਰ ਸ਼ੈਲ ਵੀ ਗੋ ਦਿਸ ਸਮਰ ਐਂਡ ਨੈਕਸਟ ਹੈ ਜੀ ਫਾਇਰ ਔਨ ਦ ਮਾਊਂਟੇਨ। ਇਹ ਕੁਛ ਕੁ ਬੁੱਕਸ ਨੇਗੀਆਂ ਜਿਹੜੀਆਂ ਕਿ ਤੁਸੀਂ ਨਹੀਂ ਛੱਡ ਸਕਦੇ। ਇੱਕ ਇਹਦੇ ਵਿੱਚ ਇਸ ਲਿਸਟ ਦੇ ਵਿੱਚ ਇੱਕ ਹੋਰ ਆਪਾਂ ਐਡ ਕਰਾਂਗੇ ਫਾਸਟਿੰਗ ਫੀਸਟਿੰਗ। ਠੀਕ ਹੈ, ਇਹ ਉਹਦੀਆਂ ਬੁੱਕਸ ਨੇਗੀਆਂ ਜਿਹੜੀਆਂ ਕਿ ਸਾਨੂੰ ਇਗਨੋਰ ਨਹੀਂ ਕਰਨੀਆਂ ਚਾਹੀਦੀਆਂ। ਇਹਦੇ ਬਾਰੇ ਤੁਸੀਂ ਜ਼ਰੂਰ ਰੀਡ ਕਰਨਾ ਗਾ, ਡਿਟੇਲ ਦੇ ਵਿੱਚ ਰੀਡ ਕਰਨਾ ਗਾ, ਕਿਉਂਕਿ ਇਹਦੇ ਵਿੱਚੋਂ ਅਕਸਰ ਹੀ 1-2 ਕੁਐਸਚਨਸ ਆ ਜਾਂਦੇ ਨੇਗੇ।